एक बिड है 5 करोड़ 55 ਲੱਖ ਦੀ, ਦੂਸਰੀ ਬਿਡ ਹੈ 6 ਕਰੋੜ 1 ਲੱਖ ਦੀ, ਇਹਨਾਂ ਦੀ ਬਿਡ ਹੈ 55 ਕਰੋੜ ਰੁਪਏ। ਅੱਜ ਤੱਕ ਦੀ ਹਿਸਟਰੀ ਦੇ ਵਿੱਚ ਇੰਨਾ ਮਹਿੰਗਾ ਠੇਕਾ ਦੀ ਬਿਡ ਨਹੀਂ ਆਈ। आप कैसे कह सकते हैं, मतलब क्या ये सिक्योरिटी मनी नहीं होगी जमा? 200% ਨਹੀਂ ਹੋਏਗੀ ਜੀ, 200% ਨਹੀਂ ਹੋਏਗੀ। ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਇਹ ਸਿਕਿਉਰਿਟੀ ਜਮ੍ਹਾਂ ਹੋ ਜਾਵੇ। ਤੁਸੀਂ ਦੱਸੋ ਨਾ, ਇੱਕ 4 ਕਰੋੜ ਦੇ ਠੇਕੇ ਨੂੰ 55 ਕਰੋੜ ਤੇ ਲੈ ਗਏ ਨੇ, ਤੇ ਕੌਣ ਜਮ੍ਹਾਂ ਕਰਾਏਗਾ ਉਹਦਾ ਪੈਸਾ? आपको क्या लगता है कि प्रशासन ऐसा क्यों कर रहा है? ਰੈਵਨਿਊ ਆਇਆ ਜ਼ਿਆਦਾ, ਇਸ ਕਰਕੇ ਅਸੀਂ ਕਰ ਰਹੇ ਹਾਂ। ਠੀਕ ਹੈ, ਰੈਵਨਿਊ ਆਇਆ, ਪਰ ਸਾਰੀ ਚੀਜ਼ ਰੈਵਨਿਊ ਤਾਂ ਨਹੀਂ ਨਾ ਹੁੰਦੀ। ਕੁਝ ਪਬਲਿਕ ਦਾ ਵੀ ਸੋਚਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ। ਜੇ ਗਵਰਨਮੈਂਟ ਫੇਰ ਇਨਕੁਆਇਰੀ ਕਰਾਵੇ, ਹਾਈ ਕੋਰਟ ਜਾਣ ਦੀ ਲੋੜ ਹੀ ਨਹੀਂ। ਹਾਈ ਕੋਰਟ ਬੰਦਾ ਜਾਂਦਾ ਹੈ ਜਦੋਂ ਇਨਸਾਫ ਨਹੀਂ ਮਿਲਦਾ ਥੱਲੇ। चंडीगढ़ के सेक्टर 20 में शराब का ठेका 55.5 करोड़ का नीलाम हुआ है। ये सेक्टर 20 का वही ठेका है। अगर चंडीगढ़ के ठेकों की नीलामी की हम बात करें तो 97 से ठेकों में से 96 ठेकों की पहले ही नीलामी हो चुकी थी। यह 97वां ठेका था जिसको लेकर कल नीलामी हुई है। लेकिन अब तक के इतिहास की अगर हम बात करें तो 55.5 करोड़ का ठेका कभी नहीं बिका। 4.5 करोड़ रुपए की इसका रिजर्व प्राइस रखा गया था, 6 करोड़ तक की इसमें नामी आई थी, लेकिन 55.5 करोड़ का ये ठेका कल बिका है, जिसके बाद से ये सुर्खियों में है। सेक्टर 20 की अगर हम बात करें या चंडीगढ़ के इतिहास में अगर हम बात करें तो आज तक कभी भी ठेका इतना महंगा नहीं बिका है। इसको लेकर हमने चंडीगढ़ वाइन कॉन्ट्रैक्ट एसोसिएशन के प्रेसिडेंट से भी खास बातचीत की है, वो भी आपको दिखाते हैं। चंडीगढ़ में एक शराब के ठेके की नीलामी हुई है और इस शराब के ठेके ने सबको हैरान कर दिया है, क्योंकि 55.5 करोड़ का ये ठेका नीलाम हुआ है। सेक्टर 20 का ये ठेका है, लेकिन आज तक हिस्ट्री में इतनी बड़ी बोली कभी नहीं लगी है। इस पर खास बातचीत करने के लिए हमारे साथ वाइन कॉन्ट्रैक्ट एसोसिएशन के प्रेसिडेंट दर्शन सिंह क्लेयर जी हैं। सर, ये जो हुआ है कल सेक्टर 20 का जो ठेका 55.5 करोड़ का, आज तक कभी नहीं हुआ हिस्ट्री में, आप क्या मानते हैं? ਬਿਲਕੁਲ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਇੰਨਾ ਮਹਿੰਗਾ ਠੇਕਾ ਦੀ ਬਿਡ ਨਹੀਂ ਆਈ। ਉਹ ਇਸ ਤਰ੍ਹਾਂ ਵੀ 97 ਵੈਂਡਸ ਦੀ ਚੋਂ 96 ਵੈਂਡ ਹੋ ਚੁੱਕੇ ਸੀ, ਜਿਨ੍ਹਾਂ ਚੋਂ 87 ਵੈਂਡਸ ਇਹਨਾਂ ਦੀ ਜਿਹੜੀ ਸਿੰਡੀਕੇਟ ਆ ਉਹ ਲੈ ਕੇ ਗਈ ਹੈ। ਇਹ ਜਿਹੜਾ ਲਾਸਟ ਇੱਕ ਠੇਕਾ ਰਹਿੰਦਾ, ਇਹਨਾਂ ਨੂੰ ਇੱਕ ਹੋਰ ਕਿਸੇ ਬੰਦੇ ਨੂੰ ਨਹੀਂ ਚਾਹੁੰਦੇ ਵੀ ਕੋਈ ਐਂਟਰ ਕਰੇ ਇਹਦੇ ਵਿੱਚ। ਇੱਕ ਬਿਡ ਹੈ 5 ਕਰੋੜ 55 ਲੱਖ ਦੀ, ਦੂਸਰੀ ਬਿਡ ਹੈ 6 ਕਰੋੜ 1 ਲੱਖ ਦੀ, ਇਹਨਾਂ ਦੀ ਬਿਡ ਹੈ 55 ਕਰੋੜ ਰੁਪਏ ਦੀ। ਵਿੱਚ ਕੋਈ ਦੂਸਰਾ ਬਿਡਿੰਗ ਨਾ ਕਰ ਪਾਵੇ, ਇਸ ਕਰਕੇ ਇਹਨਾਂ ਨੇ ਪਾਤੀ। ਹਫਤੇ ਬਾਅਦ ਉਹ ਬੰਦੇ ਨੇ ਦੌੜ ਜਾਣਾ। ਵਿਜੇਂਦਰ ਸਿੰਘ ਕੋਈ ਯੂਪੀ ਤੋਂ ਹੈ, ਅਤੇ ਉਹਨੇ ਹਫਤੇ 7 ਦਿਨ ਦਾ ਟਾਈਮ ਹੁੰਦਾ ਸਿਕਿਉਰਿਟੀ ਜਮ੍ਹਾਂ ਕਰਵਾਉਣ ਦਾ। ਉਸ ਤੋਂ ਬਾਅਦ ਉਹਨੇ ਜਮ੍ਹਾਂ ਨਹੀਂ ਕਰਾਉਣੀ, ਦੌੜ ਜਾਏਗਾ ਅਤੇ ਉਹ ਕੈਂਸਲ ਕਰਨਾ ਪੈਣਾ ਐਡਮਿਨਿਸਟ੍ਰੇਸ਼ਨ ਨੂੰ। ਐਡਮਿਨਿਸਟ੍ਰੇਸ਼ਨ ਦਾ ਤਾਂ ਲਾਸ ਹੋਇਆ। ਅਤੇ ਇਸੀ ਤਰ੍ਹਾਂ ਦੁਬਾਰਾ ਫੇਰ ਕਰਨਗੇ ਟੈਂਡਰ, 10 ਦਿਨ ਬਾਅਦ ਫੇਰ ਇਸ ਤਰ੍ਹਾਂ ਦਾ ਕੋਈ ਫਰਜ਼ੀ ਬੰਦਾ ਖੜਾ ਕਰ ਦੇਣਗੇ। ਫਿਰ ਬਿਡ ਇਸ ਤਰ੍ਹਾਂ ਦੀ ਕੋਈ ਆਏਗੀ, ਉਹ ਫਿਰ 25 ਲੱਖ ਰੁਪਈਆ ਸਰੈਂਡਰ ਕਰ ਦੇਣਗੇ। ਇਸੀ ਤਰ੍ਹਾਂ 5-4 ਵਾਰ ਕਰਨਗੇ। ਹਾਰ ਕੇ ਲੋਕਲ ਕੰਟਰੈਕਟਰ ਸੋਚਦੇ ਵੀ 4-5 ਜਦੋਂ 2-3 ਮਹੀਨੇ ਨਿਕਲ ਜਾਂਦੇ ਵੀ ਹੁਣ ਤਾਂ ਕੋਈ ਬੈਨੀਫਿਟ ਨਹੀਂ ਕੰਮ ਲੈਣ ਦਾ, ਹਾਰ ਕੇ ਅਗਲਾ ਬੰਦਾ ਹਟ ਜਾਏਗਾ ਤਾਂ ਇਹਨਾਂ ਦੀ ਕਾਰਟੇਲਾਈਜੇਸ਼ਨ ਕਾਮਯਾਬ ਹੋ ਜਾਏਗੀ। ਉਹ ਤਾਂ ਇਹੀ ਚਾਹੁੰਦੇ ਨੇ। ਇਹ ਫਰਜ਼ੀ ਸੀ ਬਿਡ, ਬਿਲਕੁਲ 200%। ਇਹ ਚੈੱਕ ਕਰਵਾ ਲੈਣ, ਉਹਦੀ ਫਾइनेंशियल डिटेल मंगवा लें, ਉਹਦੇ अकाउंट स्टेट मंगवा लें, पता लग जाएगा पैसा कितों आया ਇਹਦਾ अपना। आप बड़े कॉन्फिडेंटली कह रहे हैं कि ये फर्जी थी बिड, आप कैसे कह सकते हैं, मतलब क्या ये सिक्योरिटी मनी नहीं होगी जमा? 200% नहीं होएगी जी, 200% नहीं होएगी। सवाल ही पैदा नहीं ਹੁੰਦਾ ਵੀ ਇਹ ਸਿਕਿਉਰਿਟੀ ਜਮ੍ਹਾਂ ਹੋ ਜਾਵੇ। ਤੁਸੀਂ ਦੱਸੋ ਨਾ, ਇੱਕ 4 ਕਰੋੜ ਦੇ ਠੇਕੇ ਨੂੰ 55 ਕਰੋੜ ਤੇ ਲੈ ਗਏ ਨੇ, ਤੇ ਕੌਣ ਜਮ੍ਹਾਂ ਕਰਾਏਗਾ ਉਹਦਾ ਪੈਸਾ? ਇਹ 7 ਦਿਨ ਬਾਅਦ ਕੈਂਸਲ ਹੋਏਗੀ, ਉਸ ਤੋਂ ਬਾਅਦ ਫੇਰ ਬਿਡਿੰਗ ਆਏਗੀ, ਇਸੀ ਤਰ੍ਹਾਂ ਦੀ ਬਿਡਿੰਗ ਫੇਰ ਆਏਗੀ। ਠੀਕ ਹੈ ਨਹੀਂ ਜੀ, ਜੈਨੂਇਨ ਬਿਡਿੰਗ ਨਹੀਂ ਉਹ ਹੋਣ ਦੇਣਗੇ ਇਹਦੇ ਵਿੱਚ। ਐਡਮਿਨਿਸਟ੍ਰੇਸ਼ਨ ਦਾ ਲਾਸ ਹੈ, ਪਬਲਿਕ ਦਾ ਲਾਸ है, और सिंडिकेट बनेगी आखिर, और की होएगा। लेकिन इतनी बड़ी बिड लगाने का रीजन क्या आप मानते हैं? क्या ये वही सिंडिकेट है जिसके खिलाफ आप लगातार एलिगेशन लगा रहे हैं? ਉਹੀ ਸਿੰਡੀਕੇਟ ਹੈ ਜੀ, ਉਹੀ ਸਿੰਡੀਕੇਟ ਹੈ। ਉਹਨਾਂ ਦੀ ਬਿਡਿੰਗ ਬਿਡ ਹੈ, ਇਹ ਉਹਨਾਂ ਦਾ ਬੰਦਾ ਇਹ ਹੈ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਇਹਦੀ ਵਿਜੀਲੈਂਸ ਇਨਕੁਆਇਰੀ ਕਰਾ ਲੈਣ ਵੀ ਉਹ ਬੰਦਾ ਕਿਵੇਂ ਆ, ਉੱਥੇ ਉਹਦੀ ਫਾइनेंशियल ਪੈਸੇ ਉਹਦੇ ਕਿੱਥੋਂ ਆਏ ਨੇ, ਸਾਰਾ ਕੁਝ ਕਲੀਅਰ ਹੋ ਜਾਏਗਾ। ਪਰ ਨਹੀਂ, ਐਡਮਿਨਿਸਟ੍ਰੇਸ਼ਨ ਚਾਹੁੰਦੀ ਨਹੀਂ, ਐਡਮਿਨਿਸਟ੍ਰੇਸ਼ਨ ਚਾਹੁੰਦੀ ਨਹੀਂ ਵੀ ਸੱਚਾਈ ਬਾਹਰ ਆਵੇ। ਇਹ ਤਾਂ ਹੁਣ जुडिशरी ਤੇ है, जुडिशरी करेगी कुछ ना कुछ इस बारे। अगर हम हफ्ते की बात करें, जो आपने कहा कि सिक्योरिटी मनी जमा करानी है, वो इनको कितनी जमा करानी पड़ेगी?
15% ਜਮ੍ਹਾਂ ਕਰਾਉਣੀ ਪੈਂਦੀ ਹੈ ਜੀ 8% ਕੈਸ਼ ਡੀਡੀ ਤੇ 7% ਬੈਂਕ ਗਰੰਟੀ M75 ਸੋਲਵੈਂਸੀ ਉਹ ਸਾਰਾ ਜਮ੍ਹਾਂ ਕਰਵਾਉਣਾ ਪੈਂਦਾ ਹੈ ਜੀ ਉਹ नहीं करवाने कुछ भी बिल्कुल। वैसे जी आप डे वन से जब से ये ठेकों की नीलामी हुई है आप डे वन से एलिगेशन लगा रहे हैं, उसके बाद आपने हाई कोर्ट का भी रुक गया था, प्रशासन सुप्रीम कोर्ट भी इस मैटर में गया लेकिन फिर हाई कोर्ट आ गया। आपको क्या लगता है कि प्रशासन ऐसा क्यों कर रहा है? ਪ੍ਰਸ਼ਾਸਨ ਤਾਂ ਕਹਿ ਰਹੇ ਜੀ ਸਾਨੂੰ ਰੈਵਨਿਊ ਆਇਆ ਜ਼ਿਆਦਾ ਇਸ ਕਰਕੇ ਅਸੀਂ ਕਰ ਰਹੇ ਹਾਂ। ਠੀਕ ਹੈ ਰੈਵਨਿਊ ਆਇਆ ਪਰ ਸਾਰੀ ਚੀਜ਼ ਰੈਵਨਿਊ ਤਾਂ ਨਹੀਂ ਨਾ ਹੁੰਦੀ, ਕੁਝ ਪਬਲਿਕ ਦਾ ਵੀ ਸੋਚਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ। ਹਾਂ ਪ੍ਰਸ਼ਾਸਨ ਦਾ ਦੇਖੋ ਪ੍ਰਸ਼ਾਸਨ ਨੂੰ ਚਾਹੀਦਾ ਜਦੋਂ ਕੰਪਲੇਂਟ ਆਈ ਸੀ ਉਹਦੇ ਤੇ ਹੀ ਕਾਰਵਾਈ ਕਰਨੀ ਚਾਹੀਦੀ ਸੀ, ਫਾਈਨੈਂਸ਼ੀਅਲ ਇਹਨਾਂ ਦੀ ਚੈੱਕ ਕਰਵਾਉਣੇ ਚਾਹੀਦੇ ਸੀ ਕਿੱਥੋਂ ਪੈਸੇ ਆਏ ਨੇ, ਪਰ ਕੁਝ ਨਹੀਂ ਕੀਤਾ ਇਹਨਾਂ ਨੇ। ਹਾਰ ਕੇ ਸਾਨੂੰ ਹਾਈ ਕੋਰਟ ਜਾਣਾ ਪਿਆ, ਹਾਈ ਕੋਰਟ ਨੇ ਸਟੇ ਦਿੱਤੀ, ਚਲੋ ਉਹ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਕਿਹਾ ਇਹ ਡਿਟੇਲ ਆਰਡਰ ਨਹੀਂ ਹੈਗਾ, ਚਲੋ ਉਹਨਾਂ ਨੇ ਥੱਲੇ ਭੇਜਤਾ ਵੀ ਚਲੋ ਦੁਬਾਰਾ ਸੁਣਵਾਈ ਕਰੋ, ਹਾਈ ਕੋਰਟ ਆਪਣੇ ਲੈਵਲ ਤੇ ਇਹਨੂੰ ਡਿਸਾਈਡ ਕਰੇ, ਪਰ ਕੋਈ ਕਲੇਮ ਨਹੀਂ ਕਰ ਪਾਣਗੇ ਕੱਲ ਨੂੰ ਲਾਇਸੈਂਸੀ ਜੇ ਉਹਨਾਂ ਦੇ ਅਗੇਂਸਟ ਹੁੰਦਾ। ਠੀਕ ਹੈ ਨਹੀਂ ਠੀਕ ਹੈ, ਹੋਰ ਹਫਤੇ 10 ਦਿਨ ਚ ਹਾਈ ਕੋਰਟ ਤੋਂ ਕਲੀਅਰ ਹੋ ਜਾਏਗਾ। ਸਾਨੂੰ ਜੁਡੀਸ਼ਰੀ ਤੇ ਪੂਰਾ ਇਤਬਾਰ ਹੈ ਵੀ ਸਾਡੀ ਜਿੱਤ ਹੋਏਗੀ। जब से ये ठेके नीलाम हुए अभी तक कितने ठेके खुल चुके हैं और क्या बाकियों की सिक्योरिटी मनी जमा हो गई है? ਮੈਨੂੰ ਨਹੀਂ ਲੱਗਦਾ ਜੀ ਵੀ ਸਾਰਿਆਂ ਦੀ ਸਿਕਿਉਰਿਟੀ ਜਮ੍ਹਾਂ ਹੋਈ ਹੈ, ਕਿਉਂਕਿ 30 ਕੁ ਠੇਕੇ ਸ਼ਾਇਦ ਅੱਜ ਤੱਕ ਖੁੱਲੇ ਨੇ ਤੇ ਸਿਕਿਉਰਿਟੀ ਸਾਰਿਆਂ ਦੀ ਨਹੀਂ ਜਮ੍ਹਾਂ ਹੋਈ ਹੋਏਗੀ। ਕਿਉਂ ਇੱਕ 7 ਦਿਨ ਦਾ ਟਾਈਮ ਹੁੰਦਾ, 21 ਤਰੀਕ ਦੀ ਆਕਸ਼ਨ ਹੋਈ ਹੈ, 28 ਤਰੀਕ ਨੂੰ ਇਹਨੂੰ 31 ਤੋਂ ਪਹਿਲਾਂ ਸਾਰੀ ਸਿਕਿਉਰਿਟੀ ਬੈਂਕ ਗਰੰਟੀ ਜਮ੍ਹਾਂ ਹੋਣੀ ਚਾਹੀਦੀ ਸੀ, ਜਿਹੜੀ ਨਹੀਂ ਹੋਈ ਉਸ ਤੇ ਵੀ ਐਡਮਿਨਿਸਟ੍ਰੇਸ਼ਨ ਕੋਈ ਐਕਸ਼ਨ ਨਹੀਂ ਲੈ ਰਿਹਾ। ਚਾਹੀਦਾ ਤਾਂ ਐਡਮਿਨਿਸਟ੍ਰੇਸ਼ਨ ਨੂੰ ਹੈ ਜਿਹੜਾ 31 ਤੱਕ ਇਹਨਾਂ ਦੀ ਸਿਕਿਉਰਿਟੀ ਬੈਂਕ ਗਰੰਟੀ ਨਹੀਂ ਆਈ, M75 ਨਹੀਂ ਆਇਆ, ਸੋਲਵੈਂਸੀ ਨਹੀਂ ਆਈ, ਉਹ ਵੈਂਡ ਕੈਂਸਲ ਕਰਨਾ ਚਾਹੀਦਾ, ਪਰ ਨਹੀਂ ਕਰ ਰਹੇ हैं जी, नहीं कर रहे। लेकिन प्रशासन के अफसरों को इसमें क्या है, मतलब जो रूल्स है रूल्स के अकॉर्डिंग तो ये करना चाहिए, जैसे आपने कहा कि हफ्ते के अंदर सिक्योरिटी मनी जमा करनी चाहिए, डॉक्यूमेंटेशन कंप्लीट करनी चाहिए, तो वो कर क्यों नहीं रहे हैं? फेवर कर रहे हैं जी, वो बंदे दी जिन्होंने सिंਡੀਕੇਟ ਬਣਾਈ ਹੈ ਉਹਨਾਂ ਦੀ ਫੇਵਰ ਕਰ ਰਹੇ ਨੇ, ਨਹੀਂ ਅਦਰਵਾਈਜ਼ ਆਮ ਤੁਸੀਂ ਦੇਖੋ ਜੇ ਟਾਈਮ ਸਿਰ ਸਿਕਿਉਰਿਟੀ ਨਾ ਜਮੀ ਹੋਵੇ ਉਦੋਂ ਹੀ ਕੈਂਸਲ ਕਰ ਦਿੰਦੇ ਨੇ, ਕੈਂਸਲ ਕਰਕੇ ਸੈਕੰਡ ਬਿਡਰ ਨੂੰ ਦੇਣ ਜਾਂ ਨਵਾਂ ਟੈਂਡਰ ਇਨਵਾਈਟ ਕਰਨ, ਪਰ ਇਸ ਕੇਸ ਦੇ ਵਿੱਚ ਕੁਝ ਨਹੀਂ ਕਰ ਰਹੇ ਬਲਕਿ ਉਹਨਾਂ ਦੀ ਫੇਵਰ ਕਰ ਰਹੇ, ਹਾਈ ਕੋਰਟ ਦੇ ਵਿੱਚ ਮਹਿੰਗੇ ਵਕੀਲ ਖੜੇ ਕਰ ਰਹੇ ਨੇ, ਹੈ ਨਹੀਂ। ਜੇ ਗੌਰਮੈਂਟ ਫੇਰ ਇਨਕੁਆਇਰੀ ਕਰਾਵੇ ਹਾਈ ਕੋਰਟ ਜਾਣ ਦੀ ਲੋੜ ਹੀ ਨਹੀਂ, ਹਾਈ ਕੋਰਟ ਬੰਦਾ ਜਾਂਦਾ ਹੈ ਜਦੋਂ ਇਨਸਾਫ ਨਹੀਂ ਮਿਲਦਾ ਥੱਲੇ, ਹੈ ਨਹੀਂ। तो चलो देखते हैं हाई कोर्ट की बनता है जी। आपको लगता है हाई कोर्ट से आपको जस्टिस मिलेगा इस पूरे मैटर में? बिल्कुल बिल्कुल, सानू जुडिशरी ते पूरा इतबार है, सानू इंसाफ मिलेगा तो साड़ी जित होएगी और ये पूरी जो मोनोपोली है ये टूटेगी, मोनोपोली टूटेगी जी, बिल्कुल। जुडिशरी पे पूरा इतबार है, पूरा वो है, वो इंसाफ मिलेगा तो चंडीगढ़ की पब्लिक नूं भी इंसाफ मिलेगा। जिहड़ी इन्हां ने पब्लिक की जेब लुट्टन की कट्टन की कोशिश कर रहे हैं ना एडमिनिस्ट्रेशन ते ये लिकर माफिया, ये कामयाब नहीं हो पाएंगे। तो 55.5 करोड़ का ये ठेका बिका है, लेकिन इसको लेकर पूरा मैटर जो है हाई कोर्ट में है। दर्शन सिंह क्लियर है, इन्होंने हाई कोर्ट का रुख किया था। इनका कहना है कि इस पूरे मामले में ये जो मोनोपोली है ये टूटेगी और हाई कोर्ट से उन्हें जल्दी इस मामले में जस्टिस मिलेगा। कैमरामैन अनिल के साथ भगवत सिंह, पंजाब केसरी, जगबानी टीवी, चंडीगढ़।